ਹੁਣ ਆਪਾਂ ਕਰਦੇ ਹਾਂ ਲਾਸਟ ਟਾਈਮ ਜਿਹੜਾ ਅਸੀਂ ਆਰਟੀਕਲ ਕੀਤਾ ਸੀ ਸਲੋਪ ਕਿਉਂਕਿ ਅੱਜ ਆਪਾਂ ਗ੍ਰਾਫ ਡਿਸਕਸ ਕਰਨੇ ਆ, XT ਗ੍ਰਾਫ VT ਗ੍ਰਾਫ, ਆਪਾਂ ਉਹਨਾਂ ਦੀ ਸਲੋਪ ਕੱਢਣੀ ਆ, ਆਪਾਂ ਐਂਗਲ ਕੱਢਨੇ ਆ। ਠੀਕ ਹੈ, ਸਲੋਪ ਦੇ ਵਿੱਚ ਬੇਟੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਮੋਟੀ ਜੀ, ਸਲੋਪ ਕੀ ਕਿਹਦੇ ਬਰਾਬਰ ਹੁੰਦਾ? ਟੈਂਜੈਂਟ ਆਫ ਦੀ ਐਂਗਲ। ਟੈਂਜੈਂਟ ਆਫ ਦੀ ਐਂਗਲ, ਜਿਹੜਾ ਐਂਗਲ ਆਪਣੇ ਕੋਲ ਬਣ ਰਿਹਾ ਉਹਦਾ ਟੈਂਜੈਂਟ ਲੈ ਲਈਏ ਤਾਂ ਉਹਨੂੰ ਆਪਾਂ ਸਲੋਪ ਕਹਿੰਦੇ ਆ। ਠੀਕ ਹੈ ਜੀ, ਸਲੋਪ ਦਾ ਵੈਸੇ ਆਪਾਂ ਮਤਲਬ ਪੰਜਾਬੀ ਚ ਆਪਾਂ ਕੀ ਕਿਹਾ ਸੀ? ਢਾਲ, ਚੜਾਈ, ਸ਼ਾਰਪ ਹੈ, ਜਿਵੇਂ ਆਪਣੇ ਘਰ ਦੇ ਬਾਹਰ ਆਪਣੇ ਬਣੇ ਹੁੰਦੇ ਰੈਂਪ, ਤਾਂ ਜੇਕਰ ਐਂਗਲ ਜ਼ਿਆਦਾ ਹੋਊਗਾ ਫਿਰ ਸਲੋਪ ਕਿਸ ਤਰ੍ਹਾਂ ਦੀ ਹੋਊਗੀ? ਘੱਟ ਹੋਊਗਾ ਫਿਰ ਕਿਸ ਤਰ੍ਹਾਂ ਦੀ ਹੋਊਗੀ? ਠੀਕ ਹੈ ਜੀ, ਇਹਦਾ ਮਤਲਬ ਜੇਕਰ ਅਸੀਂ ਸਲੋਪ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਕਿਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ? ਟੈਂਜੈਂਟ ਦੇ ਬਿਹੇਵੀਅਰ ਬਾਰੇ। 10th ਕਲਾਸ ਦੇ ਵਿੱਚ ਟ੍ਰਿਗਨੋਮੈਟਰੀ ਕੀਤੀ ਨਾ ਬੇਟੇ? ਹਾਂਜੀ, ਟੈਂਜੈਂਟ ਕਿਹਦੇ ਬਰਾਬਰ ਹੁੰਦਾ ਬੇਟੇ? ਟੈਂਜੈਂਟ ਸਾਈਨ ਥੀਟਾ ਬਟਾ ਕਾਸ ਥੀਟਾ। ਕਿਹਦੇ ਬਰਾਬਰ ਹੁੰਦਾ ਬੇਟੇ? ਸਾਈਨ ਥੀਟਾ ਬਟਾ। ਇਹਦਾ ਮਤਲਬ ਜੇਕਰ ਟੈਂਜੈਂਟ ਦੀ ਵੈਲਿਊ ਕੱਢਣੀ ਹੈ ਤਾਂ ਸਾਈਨ ਦੀ ਵੈਲਿਊ ਪਤਾ ਹੋਵੇ ਤੇ ਕਾਸ ਦੀ ਵੈਲਿਊ ਪਤਾ ਹੋਵੇ, ਉਹਨਾਂ ਨੂੰ ਡਿਵਾਈਡ ਕਰਕੇ ਕੱਢੀ ਜਾਵੇ। ਠੀਕ ਹੈ, ਇਹਦੇ ਵਿੱਚ ਲੋ ਸਭ ਤੋਂ ਪਹਿਲਾਂ ਵੈਲਿਊਜ਼ ਯਾਦ ਹੈ ਤੁਹਾਨੂੰ? ਸਾਈਨ 0 ਡਿਗਰੀ, ਸਾਈਨ 30 ਡਿਗਰੀ, ਸਾਈਨ 45, ਸਾਈਨ 60, 90। ਉਹਦੇ ਵਾਸਤੇ ਤੁਹਾਨੂੰ ਟ੍ਰਿਕ ਦੱਸ ਦਿੰਦਾ, ਧਿਆਨ ਨਾਲ ਇਹਨੂੰ ਨੋਟ ਕਰ ਲਿਓ। ਠੀਕ ਹੈ ਜੀ, ਵੈਸੇ ਤਾਂ ਜਿਵੇਂ ਜਿਵੇਂ ਯੂਜ਼ ਕਰਦੇ ਜਾਓਗੇ ਵੈਲਿਊਜ਼ ਯਾਦ ਹੁੰਦੀਆਂ ਜਾਣਗੀਆਂ। ਸਭ ਤੋਂ ਪਹਿਲਾਂ ਇੱਥੇ ਲਿਖ ਲਓ ਬੇਟੇ ਸਾਈਨ, ਇੱਧਰ ਲਿਖ ਲਓ ਕਾਸ, ਨੀਚੇ ਲਿਖ ਲਓ ਟੈਨ। ਧਿਆਨ ਨਾਲ ਨੋਟ ਕਰ ਲਿਓ, ਦੇਸੀ ਨੁਸਖਾ। ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ, ਧਿਆਨ ਨਾਲ ਵੇਖੋ। ਪਹਿਲਾਂ ਸਭ ਤੋਂ ਪਹਿਲਾਂ ਲਿਖ ਲੈਣਾ, ਇੱਥੇ ਲਿਖ ਲੈਣਾ 0, ਅਖੀਰ ਤੇ ਜਾ ਕੇ ਲਿਖ ਲੈਣਾ 1। ਸਮਝ ਲੱਗੀ ਬੇਟੇ? ਸਾਈਨ ਵਾਲੇ ਦੇ ਸਾਹਮਣੇ ਸਭ ਤੋਂ ਪਹਿਲਾਂ ਕੀ ਲਿਖ ਲੈਣਾ? 0, ਲਾਸਟ ਤੇ ਜਾ ਕੇ ਕੀ ਲਿਖ ਲੈਣਾ? 1। ਵਿੱਚ ਇੱਕ ਸ਼ਬਦ ਲਿਖਣਾ 113, 1 1 3 ਬਟਾ 222, ਬਟਾ 222। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਪਹਿਲਾਂ ਲਿਖ ਲੈਣਾ 0, ਫਿਰ ਲਿਖ ਲੈਣਾ 1, ਵਿੱਚ ਲਿਖ ਲੈਣਾ 113 ਬਟਾ 222। ਜਿਹੜਾ ਸੈਂਟਰ ਵਾਲਾ 2 ਹੈ ਇਹਦੇ ਤੇ ਸਕੁਅਰ ਰੂਟ ਦਾ ਨਿਸ਼ਾਨ ਲਾ ਦੇਣਾ ਤੇ ਨਾਲ ਵਾਲੇ 3 ਤੇ ਵੀ ਲਾ ਦੇਣਾ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ 0 ਡਿਗਰੀ 15 15 ਦਾ ਫਰਕ ਪਾਉਂਦੇ ਜਾਣਾ 30 ਡਿਗਰੀ ਤੋਂ ਬਾਅਦ। 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਤੇ 90 ਡਿਗਰੀ। ਇਹ ਜਿਹੜੀਆਂ ਵੈਲਿਊਜ਼ ਹੈ, ਸਾਈਨ 0 ਦੀ ਵੈਲਿਊ 0, ਸਾਈਨ 30 ਦੀ ਵੈਲਿਊ 1/2, ਸਾਈਨ 45 ਦੀ ਵੈਲਿਊ 1/2, ਸਾਈਨ 60 ਦੀ ਵੈਲਿਊ √3/2, ਸਾਈਨ 90 ਦੀ ਵੈਲਿਊ 1। ਕਹਿੰਦਾ ਮਤਲਬ ਜਦੋਂ ਪੇਪਰ ਸ਼ੁਰੂ ਹੋਣਾ, ਪੇਪਰ ਦੀ ਬੈਕ ਸਾਈਡ ਤੇ ਆਪਣੇ ਆ ਫਾਰਮੂਲੇ ਨਾਲ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਸਾਰਾ ਟੇਬਲ ਬਣਾ ਲੈਣਾ। ਪਹਿਲਾਂ ਲਿਖਣਾ 0, ਫਿਰ ਲਾਸਟ ਤੇ ਕੀ ਲਿਖਣਾ? 1, ਵਿੱਚ ਲਿਖਣਾ 113 ਬਟਾ 222 ਅਨਡੂਡ। ਹੁਣ ਇਹਨਾਂ ਨੂੰ ਉਲਟਾ ਦੇਣਾ, ਆਹ ਵੈਲਿਊ ਨੂੰ ਸਾਰਿਆਂ ਤੋਂ ਪਹਿਲਾਂ ਲਿਖ ਲੈਣਾ, ਆਹ ਵੈਲਿਊ ਨੂੰ ਉਸ ਤੋਂ ਬਾਅਦ, ਫਿਰ ਆਹ ਵਾਲੀ ਵੈਲਿਊ ਆ ਗਈ, ਫਿਰ 1/2 ਤੇ ਲਾਸਟ ਤੇ 0। ਇਹ ਕਾਸ ਦੀਆਂ ਵੈਲਿਊਜ਼ ਹੋ ਗਈ। ਕਲੀਅਰ ਹੈ ਬੇਟੇ? ਟੈਂਜੈਂਟ ਦੇਖੋ ਕੀ ਹੁੰਦਾ ਬੇਟੇ? ਟੈਂਜੈਂਟ ਹੁੰਦਾ ਜਦੋਂ ਦੋਵਾਂ ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ। ਹੁਣ ਆਪਣੇ ਕੋਲੇ ਸਾਈਨ 0 ਦੀ ਵੈਲਿਊ 0 ਹੈ, ਕਾਸ 0 ਦੀ ਵੈਲਿਊ 1 ਹੈ, ਤਾਂ ਟੈਂਜੈਂਟ ਦੀ ਵੈਲਿਊ ਕਿੰਨੀ ਆਏਗੀ ਬੇਟੇ? 0। ਯਾਦ ਰੱਖਣਾ ਇਹ ਬਣ ਜਾਊਗਾ 0/1। ਜਦੋਂ ਨਿਊਮੀਰੇਟਰ ਦੇ ਵਿੱਚ 0 ਹੋਵੇ, ਥੱਲੇ ਡਿਨੋਮੀਨੇਟਰ ਦੇ ਵਿੱਚ ਕੋਈ ਮਰਜ਼ੀ ਟਰਮ ਹੋਵੇ, ਰਿਜ਼ਲਟ ਉਹਦਾ 0 ਹੀ ਆਵੇਗਾ। ਕਲੀਅਰ ਹੈ ਬੇਟੇ? ਟੈਂਜੈਂਟ 30 ਦੀ ਵੈਲਿਊ ਦੱਸੋ ਕਿੰਨੀ ਆਏਗੀ? 1/√3। ਡਿਵਾਈਡ ਕਰੋ ਨਾ, ਡਿਵਾਈਡ ਕਰੋ। ਦੇਖੋ ਸਾਈਨ ਥੀਟਾ ਬਾਈ ਕਾਸ ਥੀਟਾ, ਸਾਈਨ ਥੀਟਾ ਬਾਈ ਕਾਸ ਥੀਟਾ। ਇਹ ਬੇਟੇ ਜ਼ਰੂਰੀ ਹੈ। ਇਹਦੇ ਤੋਂ ਹੀ ਜਦੋਂ ਮੈਂ ਗੱਲ ਕਰੂੰਗਾ ਵੀ ਐਕਿਊਟ ਐਂਗਲ ਹੈ ਜੀ, ਅਬਟਿਊਸ ਐਂਗਲ ਹੈ, ਵੈਲਿਊ ਪੋਜ਼ਿਟਿਵ ਹੈ, ਵੈਲਿਊ ਨੈਗੇਟਿਵ, ਤੁਹਾਨੂੰ ਕਲੀਅਰ ਨਹੀਂ ਹੋਣਾ।
पर जे तुसीं इहनूं समझ के चलोगे, देखो टेंजेंट 30 इनू की लिख सकते हैं, इनकी वैल्यू कढ़नी है तो किहदी वैल्यू लिखनी पऊगी, sin 30 बाय cos 30। टेबल दे विचों वेखो sin 30 की वैल्यू 1/2, cos 30 की वैल्यू √3/2। याद रखना बटे का बटा उपर चला जाता हुंदा, ठीक है जी। ये अपने को की है, उपर चला जाएगा तो अपने को वैल्यू की बन गई 2/2 इंटू √3। 2 नाल 2 की हो गया कैंसल, तो वैल्यू की होगी 1/√3। सीधा वेखो बेटे, इहदा डिनोमीनेटर देंदा डिनोमीनेटर कैंसल हो जाएगा, क्योंकि बटियां च करांगे एक ऊपर चला जाऊ एक नीचे चला जाऊ, जो न्यूमीनेटर च रखना 1 ऊपर रह जाऊगा √3 थले रह जाऊगा। आप पॉइंट दसो क्लीयर होया कि नहीं होया। 45 की वैल्यू दसो कितनी आई, √2 ਨਾਲ √2 ਕੱਟਿਆ ਗਿਆ 1। ਸਮਝ ਲੱਗੀ ਕਿ ਨਹੀਂ। ਜਿਹੜੀ ਚੀਜ਼ ਡਿਨੋਮੀਨੇਟਰ 'ਚ ਜੇ ਉਹ ਸੇਮ ਆ ਉਹ ਕੱਟੀ ਜਾਣੀ ਹੈ, ਜਿਵੇਂ ਇੱਥੇ 2 ਨਾਲ 2 ਕੱਟਿਆ ਗਿਆ ਸੀਗਾ, ਸਾਈਨ ਵਾਲੀ ਵੈਲਿਊ ਉੱਪਰ ਰਹਿ ਜਾਣੀ, cos ਵਾਲੀ ਨੀਚੇ, ਡਿਵਾਈਡ ਕਰਕੇ ਦੇਖ ਲਿਓ ਪਤਾ ਲੱਗ ਜੂਗਾ। ਸਿਮਿਲਰਲੀ ਇੱਥੇ ਦੇਖੋ 2 ਨਾਲ 2 ਕੱਟਿਆ ਜਾਣਾ, ਇੱਥੇ ਵੈਲਿਊ ਆ ਜਾਣੀ √3। ਆਹ ਵੈਲਿਊ ਦੱਸੋ ਬੇਟੇ ਕਿੰਨੀ ਆਊਗੀ, sin 90 ਦੀ ਵੈਲਿਊ। ਇਨਫਿਨਿਟੀ ਦਾ ਮਤਲਬ ਹਾਂ, ਜਦੋਂ ਵੀ ਕਿਸੇ ਟਰਮ ਦੇ ਨੀਚੇ 0 ਆ ਜਾਂਦੀ ਹੈ, ਇਟ ਮੀਨਸ ਉਹ ਵੈਲਿਊ ਨੂੰ ਤੁਸੀਂ ਡਿਵਾਈਡ ਕਰਕੇ ਵੇਖ ਲਓ। ਆ ਵੇਖੋ 1 ਵਿੱਚ ਰੱਖ ਕੇ 0 ਨਾਲ ਭਾਗ ਕਰੋ, ਤਾਂ ਕਿਸੇ ਵੀ ਰਕਮ ਨੂੰ ਮੰਨ ਲਓ ਮੈਂ ਇਹਨੂੰ 50 ਨਾਲ ਕਰਦੇ ਆ, ਤਾਂ 50 ਗੁਣਾ 0, ਇੱਥੇ 0 ਆ ਜਾਣਾ, 1 ਦਾ 1 ਰਹਿ ਗਿਆ। ਫਿਰ ਮੈਂ ਇਹਨੂੰ 100 ਨਾਲ ਕਰਦੇ ਆ ਮੰਨ ਲਓ, ਤਾਂ ਵੀ ਇੱਥੇ ਕੀ ਹੈ ਨਾ, 1 ਦਾ 1 ਨਹੀਂ ਰਹਿਣਾ। ਉਹ ਕੈਲਕੂਲੇਸ਼ਨ ਕਰਾਂਗੇ ਤਾਂ ਇੱਥੇ ਪਤਾ ਹੀ ਨਹੀਂ ਕਿੰਨਾ ਆਊਗਾ। ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਕੀ ਹੈ, ਇੱਥੇ ਬ੍ਰੇਕ ਹੈ, ਇੱਥੇ ਆਪਣੇ ਕੋਲ ਕੀ ਹੈ, ਬ੍ਰੇਕ ਹੈ, ਜਿਹਨੂੰ ਤੁਸੀਂ ਇਨਫਾਈਨਾਈਟ ਕਹੀ ਜਾਂਦੇ, ਨਾਟ ਡਿਫਾਈਨਡ ਹੈ। ਇਨਫਾਈਨਾਈਟ ਦਾ ਮਤਲਬ ਕੀ ਹੈ, ਨਾਟ ਡਿਫਾਈਨਡ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ। ਹੁਣ ਆਹ ਚੀਜ਼ ਮੈਂ ਤੁਹਾਨੂੰ ਕਿਉਂ ਕਰਵਾਈ ਹੈ, ਵੀ ਆਹ ਪੁਆਇੰਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ, ਵੀ ਜਿਹੜਾ 90 ਹੈ ਨਾ, ਲੋ ਆਪਾਂ ਦੁਬਾਰਾ ਵੈਲਿਊ ਲਿਖੀ ਜਾਂਦੀਆਂ tan ਦੀਆਂ, ਕੱਲੀਆਂ tan ਦੀਆਂ 0, ਠੀਕ ਹੈ ਜੀ। ਤੇ ਦੇਖੋ 0, 1/√3 1, 1/√3 1, √3 ਤੇ ਨਾਟ ਡਿਫਾਈਨਡ, ਇਹ ਆਈ ਸੀ ਨਾ ਬੇਟੇ। ਹੁਣ ਧਿਆਨ ਨਾਲ ਦੇਖੋ, ਜਿਵੇਂ ਜਿਵੇਂ ਐਂਗਲ ਵੱਧ ਰਿਹਾ, 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਤੇ 90 ਡਿਗਰੀ, ਕੀ ਹੋ ਰਿਹਾ, ਟੈਂਜੈਂਟ ਦੀ ਵੈਲਿਊ ਕੀ ਹੋ ਰਹੀ ਹੈ, ਇੱਥੇ 0 ਸੀ, ਇੱਥੇ 0 ਪੁਆਇੰਟ ਸਮਥਿੰਗ ਆਏਗੀ, ਕਹਿੰਦਾ ਮਤਲਬ ਵੱਡੀ ਹੋ ਗਈ, ਇੱਥੇ 1 ਹੋ ਗਈ, ਇੱਥੇ 1.735 ਜਿਹੜੀ ਆਪਣੇ ਕੋਲ √3 ਦੀ ਵੈਲਿਊ ਆਪਾਂ ਨੂੰ ਪਤਾ ਹੈ, ਇਹ ਮਤਲਬ 1 ਤੋਂ ਵੱਡੀ ਹੋ ਗਈ। ਇੱਥੇ ਜਾ ਕੇ ਕੀ ਹੋ ਗਿਆ, ਬਹੁਤ ਜ਼ਿਆਦਾ ਵੱਡੀ ਹੋ ਗਈ, ਨਾਟ ਡਿਫਾਈਨਡ ਹੋ ਗਈ, ਕਹਿੰਦਾ ਮਤਲਬ ਇੱਥੇ ਬ੍ਰੇਕ ਪੈਦਾ ਹੋ ਗਈ। ਸਮਝ ਲੱਗੀ ਕਿ ਨਹੀਂ ਲੱਗੀ। ਇਹਦਾ ਮਤਲਬ ਅਸੀਂ ਇਹ ਚੀਜ਼ ਸਿੱਖੀ, ਧਿਆਨ ਨਾਲ ਇਹ ਚੀਜ਼ ਨੋਟ ਕਰਿਓ, 0 ਤੋਂ ਲੈ ਕੇ 90 ਤੱਕ ਜਿਹੜੀ ਵੈਲਿਊ ਹੈ, ਇਹਦੇ ਵਿੱਚ ਉਹ ਵੈਲਿਊ ਸਾਡੇ ਕੋਲ ਪੋਜ਼ਿਟਿਵ ਹੈ। ਇਹਦਾ ਮਤਲਬ ਜਦੋਂ ਥੀਟਾ ਕੀ ਹੈ, ਐਕਿਊਟ ਲੈਸ ਦੈਨ 90 ਡਿਗਰੀ, ਤਾਂ ਟੈਂਜੈਂਟ ਦੀ ਵੈਲਿਊ ਕੀ ਹੈ, ਪੋਜ਼ਿਟਿਵ। ਟੈਂਜੈਂਟ ਦੀ ਵੈਲਿਊ ਕੀ ਹੈ। ਹੁਣ ਇਹ ਚੀਜ਼ ਆਪਾਂ ਸਲੋਪ ਤੇ ਲੈ ਕੇ ਜਾਣੀ ਹੈ, ਕਿਉਂਕਿ ਟੈਂਜੈਂਟ ਕਹਿੰਦੇ ਬਰਾਬਰ ਹੁੰਦੀ ਹੈ ਸਲੋਪ। ਚਲੋ ਇਸ ਤੋਂ ਅੱਗੇ ਵੀ ਆਪਾਂ ਥੋੜਾ ਜਿਹਾ ਦੇਖੀਏ, ਜਿਹੜਾ ਮੇਨ ਪੁਆਇੰਟ ਇਹਦੇ ਡਿਸਕਸ ਕਰਨਾ। ਇਹ ਤਾਂ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ। ਬੇਟੇ ਮੈਂ ਇਹਦੇ ਤੇ ਤਾਂ ਹੀ ਮੱਥਾ ਮਾਰੀ ਜਾਂਦਾ, ਤੁਹਾਨੂੰ ਮੈਥ ਦੇ ਵਿੱਚ ਕੱਲੀ ਕੱਲੀ ਟਰਮ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਦੋਂ ਮੈਂ ਅੱਗੇ ਜਾ ਕੇ ਸਲੋਪ ਕਹਾਂ ਪੋਜ਼ਿਟਿਵ ਹੈ ਨੈਗੇਟਿਵ ਹੈ, ਤੇ ਤੁਹਾਨੂੰ ਉਹ ਟਰਮ ਕਲੀਅਰ ਹੋਵੇ। ਹੁਣ ਆਪਾਂ ਅੱਗੇ ਚੱਲਦੇ ਹਾਂ, ਮੰਨ ਲਓ 90 ਤੋਂ ਵੱਡੀਆਂ ਵੈਲਿਊਜ਼ ਹੋਣ, ਠੀਕ ਹੈ ਜੀ। ਮੰਨ ਲਓ ਆਪਾਂ ਲਈ ਟੈਂਜੈਂਟ 120 ਡਿਗਰੀ, ਇਹ ਵੈਲਿਊ ਸੋਲਵ ਕਰਨੀ ਆਉਂਦੀ ਹੈ। ਦੇਖੋ ਬੇਟੇ 90 ਤੇ ਚੇਂਜ ਆਉਂਦੀ ਹੈ, 270 ਤੇ ਚੇਂਜ ਆਉਂਦੀ ਹੈ, 180 ਤੇ ਚੇਂਜ ਨਹੀਂ ਆਉਂਦੀ, 360 ਤੇ ਚੇਂਜ ਨਹੀਂ ਆਉਂਦੀ। ਇਹ ਮੈਥ ਦਾ ਤੁਹਾਡੇ ਕੰਮ ਹੈਗਾ,
90 ਤੇ ਚੇਂਜ ਦਾ ਮਤਲਬ ਕੀ ਹੈ ਵੀ ਸਾਈਨ ਹੈ ਜਿਹੜਾ ਉਹ ਕੀ ਬਣ ਜਾਊਗਾ, cos ਬਣ ਜਾਊਗਾ। ਜੇ ਆਪਾਂ 90 ਪਲੱਸ ਜਾਂ 270 ਪਲੱਸ ਲਿਖਾਂਗੇ, ਹੁਣੇ ਤੁਹਾਨੂੰ ਕਲੀਅਰ ਕਰਦਾ, cos ਕੀ ਬਣ ਜਾਏਗਾ, ਸਾਈਨ ਬਣ ਜਾਏਗਾ। ਟੈਂਜੈਂਟ ਕੀ ਬਣ ਜਾਏਗਾ, cot। ਕੋਟੈਂਜੈਂਟ ਜਿਹਨੂੰ ਤੁਸੀਂ ਕਹਿੰਦੇ ਆ, ਕੋਟੈਂਜੈਂਟ ਕੀ ਬਣ ਜਾਏਗਾ, ਟੈਂਜੈਂਟ। ਇਹਨਾਂ ਦੇ ਵਿੱਚ ਚੇਂਜ ਆਏਗੀ, ਠੀਕ ਹੈ। ਜਦੋਂ ਲਿਖਾਂਗੇ 180 ਡਿਗਰੀ ਜਾਂ 360 ਡਿਗਰੀ, ਉਹਦੇ ਵਿੱਚ ਆਪਣੇ ਕੋਲ ਕੀ ਹੈ ਬੇਟੇ, ਨੋ ਚੇਂਜ। ਕਹਿੰਦਾ ਮਤਲਬ ਸਾਈਨ ਦਾ ਕੀ ਰਹੇਗਾ, ਸਾਈਨ, cos ਦਾ cos ਤੇ ਟੈਂਜੈਂਟ ਦਾ ਟੈਂਜੈਂਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਟ੍ਰਿਗਨੋਮੈਟਰੀ ਦਾ ਇਹ ਰੂਲ ਹੈ ਬੇਟੇ ਵੀ ਜਦੋਂ 90 ਤੇ 270 ਦੇ ਵਿੱਚ ਆਪਾਂ ਕੋਈ ਚੀਜ਼ ਐਡ ਕਰਕੇ ਉਹਦਾ ਕੰਬੀਨੇਸ਼ਨ ਲਿਖਾਂਗੇ ਤਾਂ ਉਹਦੇ ਉੱਪਰ ਚੇਂਜ ਆਏਗੀ। ਤੁਸੀਂ ਯਾਦ ਰੱਖਣਾ ਵੀ ਤੁਸੀਂ 90 ਪਲੱਸ ਜਾਂ 270 ਪਲੱਸ ਕੋਈ ਚੀਜ਼ ਲਿਖੀ ਜਾਂਦੇ ਤਾਂ ਉਹਦੇ ਚੇਂਜ ਆਊਗੀ, ਤੇ 180 ਤੇ 360 ਤੇ ਚੇਂਜ ਨਹੀਂ ਆਊਗੀ। ਇਹ ਮੈਂ ਹੁਣ ਲਿਖੂੰਗਾ ਨਾ ਬੇਟੇ, ਫਿਰ ਤੁਹਾਨੂੰ ਕਲੀਅਰ ਹੋਊਗਾ। ਚੇਂਜ ਦੇ ਵਿੱਚ ਯਾਦ ਰੱਖ ਲਓ, ਸਾਈਨ ਥੀਟਾ ਨੇ cos 'ਚ ਬਦਲ ਜਾਣਾ, cos ਨੇ ਸਾਈਨ 'ਚ, ਟੈਂਜੈਂਟ ਨੇ cot ਦੇ ਵਿੱਚ, ਤੇ cot ਨੇ ਟੈਂਜੈਂਟ ਦੇ ਵਿੱਚ। ਠੀਕ ਹੈ, ਇਹ 10ਵੀਂ ਦਾ ਕੰਮ ਹੈ ਤੁਹਾਡਾ। 10ਵੀਂ ਵੀ ਕਰੋਨਾ ਵਾਲੇ ਹੀ ਹੋ ਨਾ ਤੁਸੀਂ, ਘਰੇ ਹੀ ਕੀਤੀ 10ਵੀਂ ਸਾਰਿਆਂ ਨੇ। ਹਾਂ ਬੇਟੇ, ਥੋੜਾ ਜਿਹਾ ਇਹ ਚੀਜ਼ ਨੂੰ ਸਿੱਖੋ ਧਿਆਨ ਨਾਲ, ਠੀਕ ਹੈ। ਦੇਖੋ ਹੁਣ ਆਪਾਂ ਟੈਂਜੈਂਟ 120 ਹੈ, ਟੈਂਜੈਂਟ 120 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਧਿਆਨ ਨਾਲ ਦੇਖੋ। ਟੈਂਜੈਂਟ 120 ਡਿਗਰੀ, ਜੇ ਮੈਂ ਇਹਨੂੰ ਐ ਲਿਖਦਾ ਟੈਂਜੈਂਟ 90 ਪਲੱਸ 30 ਲਿਖ ਸਕਦਾ ਬੇਟੇ, ਬੋਲ ਦਿਓ। ਹਾਂਜੀ, ਹੁਣ ਦੇਖੋ 90 ਪਲੱਸ, ਇਹਦਾ ਮਤਲਬ ਇਹਦੇ ਵਿੱਚ ਚੇਂਜ ਆਏਗੀ, ਠੀਕ ਹੈ ਜੀ। ਪਰ ਚੇਂਜ ਕਰਨ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਵੀ ਜਿਹੜੀ ਚੇਂਜ ਹੋ ਗਈ, ਇਹਦਾ ਮਤਲਬ ਟੈਂਜੈਂਟ ਤੋਂ ਕੀ ਬਣੇਗਾ, cot ਬਣੂਗਾ। ਟੈਂਜੈਂਟ ਤੋਂ ਕੀ ਬਣੂਗਾ, cot। ਪਰ ਨਾਲ ਆਪਾਂ ਇਹ ਵੇਖਣਾ ਵੀ ਇਹਦੀ ਵੈਲਿਊ ਪੋਜ਼ਿਟਿਵ ਆਊਗੀ ਕਿ ਇਹਦੀ ਵੈਲਿਊ ਨੈਗੇਟਿਵ ਆਊਗੀ। ਉਹਦੇ ਵਾਸਤੇ ਧਿਆਨ ਨਾਲ ਕੁਆਡਰੈਂਟ ਵਾਲਾ ਤੁਸੀਂ ਕੀਤਾ ਹੋਣਾ, ਜੇ ਨਹੀਂ ਕੀਤਾ ਤਾਂ ਹੁਣ ਦੇਖ ਲਓ। ਆਪਣੇ ਕੋਲੇ ਕੀ ਹੈ, 0 ਤੋਂ ਲੈ ਕੇ 360 ਡਿਗਰੀ ਹੈ ਜਿਹੜਾ, ਇਟ ਇਜ਼ ਡਿਵਾਈਡਡ ਇਨਟੂ 4 ਕੁਆਡਰੈਂਟ। ਫਸਟ ਕੁਆਡਰੈਂਟ ਇਹਨੂੰ ਕਹਿੰਦੇ, ਫਸਟ ਕੁਆਡਰੈਂਟ ਐਂਟੀ ਕਲੌਕਵਾਈਜ਼ ਚੱਲਦਾ। ਸੈਕਿੰਡ ਕੁਆਡਰੈਂਟ 90 ਦੇ ਜਿਹੜੇ 4 ਕੁਆਡਰੈਂਟ ਹੈ ਉਹਨਾਂ ਦੇ ਡਿਵਾਈਡ ਕੀਤਾ। ਬੇਟੇ ਤੇਰੀ ਨੋਇਸ ਬਹੁਤ ਜ਼ਿਆਦਾ ਆ ਰਹੀ ਬੈਕਗ੍ਰਾਉਂਡ ਦੇ। ਇਹਦਾ ਮਤਲਬ ਜਿਹੜੇ ਪਹਿਲੇ ਕੁਆਡਰੈਂਟ ਦੇ ਵਿੱਚ ਵੈਲਿਊ ਹੈ ਉਹ ਹੈਗੀ 0 ਤੋਂ ਲੈ ਕੇ 90 ਤੱਕ, ਇੱਥੇ ਹੈਗੀ ਹੈ 90 ਤੋਂ ਲੈ ਕੇ 180 ਤੱਕ। ਇੱਥੇ ਕਿਹੜੀ ਹੈ ਬੇਟੇ, 180 ਤੋਂ 270, 90 ਦੇ 270 ਟੂ 360। ਹੁਣ ਇਹਦੇ ਵਿੱਚ ਯਾਦ ਕਿਹੜੀ ਗੱਲ ਰੱਖਣੀ ਹੈ, ਇਹ ਯਾਦ ਕਰਾਇਆ ਹੋਇਆ ਬੇਟੇ, ਜੇ ਨਹੀਂ ਯਾਦ ਤਾਂ ਇਹਦੇ 'ਚ ਇੱਕ ਦੇਸੀ ਨੁਸਖਾ, ਟ੍ਰਿਕ ਕਹਿੰਦੇ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਟ੍ਰਿਕ, ਉਹ ਜਿਹੜੀ ਆਪਾਂ ਯਾਦ ਰੱਖਣੀ ਹੈ। ਉਹ ਆਪਣੇ ਕੋਲ ਕੀ ਹੈ, ਸਕੂਲ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ, ਐਡਮਿਸ਼ਨ ਕਿੱਥੇ ਹੁੰਦੀ ਸਕੂਲ ਤੋਂ ਬਾਅਦ, ਬਸ ਆਹੀ ਫਾਰਮੂਲਾ। ਪਹਿਲੇ ਦੇ ਵਿੱਚ ਆਪਣੇ ਕੋਲ ਕੀ ਹੈ, ਆਲ ਪੋਜ਼ਿਟਿਵ। ਪਹਿਲੇ ਦੇ ਵਿੱਚ ਕੀ ਹੈ, ਆਲ ਪੋਜ਼ਿਟਿਵ। ਉਸ ਤੋਂ ਬਾਅਦ ਅਸੀਂ ਜਾਂਦੇ ਸਕੂਲ ਟੂ ਕਾਲਜ। ਪਹਿਲੇ 'ਚ ਆਲ ਪੋਜ਼ਿਟਿਵ, ਦੂਸਰੇ ਦੇ ਵਿੱਚ ਕੀ ਹੈ, ਸਕੂਲ ਟੂ ਕਾਲਜ। ਕਹਿੰਦਾ ਮਤਲਬ ਪਹਿਲੇ ਕੁਆਡਰੈਂਟ 'ਚ ਕੌਣ ਪੋਜ਼ਿਟਿਵ ਹੈ, ਸਾਰੇ ਪੋਜ਼ਿਟਿਵ ਹੈ, ਸਾਈਨ ਵੀ, cos ਵੀ ਤੇ ਟੈਂਜੈਂਟ ਵੀ। ਦੂਜੇ ਦੇ ਵਿੱਚ ਕੌਣ ਪੋਜ਼ਿਟਿਵ ਹੈ, ਸਾਈਨ। ਥਰਡ ਕੁਆਡਰੈਂਟ 'ਚ ਕੌਣ ਪੋਜ਼ਿਟਿਵ ਹੈ, ਟੈਂਜੈਂਟ। ਫੋਰਥ ਕੁਆਡਰੈਂਟ 'ਚ ਕੌਣ ਪੋਜ਼ਿਟਿਵ ਹੈ, cos। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਹੁਣ ਧਿਆਨ ਨਾਲ ਦੇਖੋ, ਜਿਹੜਾ ਆਪਾਂ ਚੀਜ਼ ਕਰ ਰਹੇ ਸੀ ਉਸ ਤੇ ਆਓ। ਆਪਾਂ ਕੀ ਕਰ ਰਹੇ ਸੀ ਬੇਟੇ, ਟੈਂਜੈਂਟ 90 ਪਲੱਸ 30, 90 ਪਲੱਸ ਕੀਤਾ ਤਾਂ ਕਿਹੜੇ ਕੁਆਡਰੈਂਟ 'ਚ ਆ ਗਿਆ, ਸੈਕਿੰਡ ਕੁਆਡਰੈਂਟ 'ਚ। ਸੈਕਿੰਡ 'ਚ ਕੌਣ ਪੋਜ਼ਿਟਿਵ ਹੈ, ਬਟ ਆਪਣਾ ਕੀ ਹੈ ਇਹ, tan ਦੀ ਵੈਲਿਊ ਕੀ ਆਊਗੀ ਫਿਰ, ਨੈਗੇਟਿਵ, ਕਿਉਂਕਿ ਕੱਲਾ ਆਪਣੇ ਕੋਲ ਕੌਣ ਪੋਜ਼ਿਟਿਵ ਹੈ, ਸਾਈਨ ਪੋਜ਼ਿਟਿਵ ਹੈ। ਇਹਦਾ ਮਤਲਬ ਇੱਥੇ ਅੱਗੇ ਆ ਜਾਊਗਾ ਨੈਗੇਟਿਵ। 90 ਤੇ ਚੇਂਜ ਆਏਗੀ, ਟੈਂਜੈਂਟ ਦਾ ਕੀ ਬਣ ਜਾਏਗਾ, cot 30 ਡਿਗਰੀ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ।
ਇਹਦਾ ਮਤਲਬ ਟੈਂਜੈਂਟ 120 ਡਿਗਰੀ ਦੀ ਵੈਲਿਊ ਕਿੰਦੇ ਬਰਾਬਰ ਹੈ, ਕੋਟੈਂਜੈਂਟ 30 ਡਿਗਰੀ ਦੇ ਬਰਾਬਰ ਹੈ। ਤੇ ਕੋਟੈਂਜੈਂਟ ਹੁੰਦਾ ਟੈਂਜੈਂਟ ਦਾ ਰੈਸੀਪ੍ਰੋਕਲ 1/tan ਹੈ ਜਿਹੜਾ ਕਾਟ ਹੁੰਦਾ। ਇਹਦਾ ਮਤਲਬ ਜੇ ਅਸੀਂ tan ਦੀ 30 ਦੀ ਵੈਲਿਊ ਵੇਖ ਕੇ ਉਹ ਪੁੱਟ ਕਰਕੇ ਉਹਦਾ ਰੈਸੀਪ੍ਰੋਕਲ ਲੈ ਲਈਏ, ਦੇਖੋ ਟੈਂਜੈਂਟ ਦੀ ਵੈਲਿਊ ਆਪਣੇ ਕੋਲ ਕਿੰਨੀ ਹੈ, ਟੈਂਜੈਂਟ 30 ਦੀ ਵੈਲਿਊ ਕਿੰਨੀ ਹੈ ਬੇਟੇ 1/√3 ਤੇ ਕੋਟੈਂਜੈਂਟ ਦੀ ਕੀ ਹੋਊਗੀ ਬੇਟੇ ਇਹਦਾ ਰੈਸੀਪ੍ਰੋਕਲ √3। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇਹਦੀ ਵੈਲਿਊ ਕੀ ਆ ਗਈ -√3। ਲਾਊਡ ਸਪੀਕਰ ਆਫ ਕਰੋ ਬੇਟੇ। ਇਹ ਵੈਲਿਊ ਕਿੰਨੀ ਆ ਗਈ -1.735 ਆਈ ਹੁੰਦੀ ਹੈ ਨਾ √3 ਦੀ ਵੈਲਿਊ। ਹੁਣ ਜਿਹੜਾ ਪੁਆਇੰਟ ਨੋਟ ਕਰਨ ਵਾਲਾ ਦੇਖੋ ਵੈਲਿਊ ਕੀ ਹੋ ਗਈ ਹੈ ਨੈਗੇਟਿਵ। ਜਿਹੜਾ ਇੰਨਾ ਪੰਗਾ ਕੀਤਾ ਸਮਝਾਉਣ ਪਿੱਛੇ ਉਹ ਸਿਰਫ ਇਹੀ ਸਮਝਾਉਣ ਪਿੱਛੇ ਵੀ ਜਦੋਂ ਐਂਗਲ ਆਬਟਿਊਸ ਹੋ ਜਾਊਗਾ ਤਾਂ ਵੈਲਿਊਜ਼ ਕੀ ਹੋ ਜਾਣਗੀਆਂ ਨੈਗੇਟਿਵ। ਠੀਕ ਹੈ, ਜਿਵੇਂ ਮੰਨ ਲਓ ਹੁਣ ਆਪਾਂ ਵੈਲਿਊ ਕੱਢੀਏ ਟੈਂਜੈਂਟ 135 ਡਿਗਰੀ, ਆਪਾਂ ਇਹਨੂੰ ਕੀ ਲਿਖ ਸਕਦੇ ਹਾਂ ਟੈਂਜੈਂਟ, ਹਾਂਜੀ 90 + 45 ਟੈਂਜੈਂਟ ਤੇ ਚੇਂਜ ਆਏਗੀ 90 ਹੈ ਤਾਂ ਕਾਟ ਬਣੇਗਾ, ਪਰ ਟੈਂਜੈਂਟ ਕਿਹੜੇ ਕੁਆਡਰੈਂਟ ਚ ਬਣੇਗਾ ਸੈਕੰਡ ਕੁਆਡਰੈਂਟ ਚ, ਸੈਕੰਡ ਚ ਕੌਣ ਪੋਜ਼ਿਟਿਵ ਹੈ ਸਾਈਨ ਨੈਗੇਟਿਵ ਕਾਟ 45 ਵੈਲਿਊ ਕਿੰਨੀ ਹੋ ਗਈ ਹੈ -1 ਕਿਉਂਕਿ ਟੈਂਜੈਂਟ 45 1 ਦੇ ਬਰਾਬਰ ਹੁੰਦਾ ਤੇ 1/1 ਵੀ ਕੀ ਹੋਊਗਾ 1 ਹੀ ਹੋਊਗਾ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ, ਉਵੇਂ ਹੀ ਮੰਨ ਲਓ ਆਪਾਂ ਵੈਲਿਊ ਲਈਏ ਟੈਂਜੈਂਟ 270 ਦੇ ਵੀ ਚੇਂਜ ਹੋਣੀ, ਮੰਨ ਲਓ 180 ਵਾਲੀ ਮੈਂ ਤੁਹਾਨੂੰ ਕੋਈ ਵੈਲਿਊ ਆਪਾਂ ਬਣਾ ਲਈਏ 240 ਡਿਗਰੀ। ਬੇਟੇ ਲਾਊਡ ਸਪੀਕਰ ਆਫ ਕਰ ਦਿਓ ਪਲੀਜ਼। ਟੈਂਜੈਂਟ 180 + 60 ਲਿਖ ਸਕਦੇ ਹਾਂ ਬੇਟੇ ਇਹਨੂੰ। ਹੁਣ 180 ਦੇ ਉੱਪਰ ਚੇਂਜ ਨਹੀਂ ਆਉਂਦੀ ਇਹਦਾ ਮਤਲਬ ਟੈਂਜੈਂਟ ਦਾ ਟੈਂਜੈਂਟ ਹੀ ਰਹੇਗਾ, ਬਟ ਅੱਗੇ ਸਾਈਨ ਵੇਖਣਾ 180 ਪਲੱਸ ਕੀਤਾ ਤਾਂ ਕਿਹੜਾ ਕੁਆਡਰੈਂਟ ਬਣ ਗਿਆ ਬੇਟੇ ਥਰਡ ਚ ਕੌਣ ਪੋਜ਼ਿਟਿਵ ਹੈ। ਠੀਕ ਹੈ, ਇਹ ਵੈਲਿਊ ਦੇ ਅਕੋਰਡਿੰਗਲੀ ਅਸੀਂ ਕੈਲਕੂਲੇਟ ਕਰਦੇ ਜਾਣਾ। ਉਹਦੇ ਅਕੋਰਡਿੰਗਲੀ 60 ਦੀ ਵੈਲਿਊ ਵੇਖ ਲੈਣੀ ਹੈ ਤੇ ਆਪਣੇ ਕੋਲ ਵੈਲਿਊਜ਼ ਆਉਂਦੀਆਂ ਜਾਣੀਆਂ। ਠੀਕ ਹੈ, ਜਿਹੜਾ ਮੇਨ ਚੀਜ਼ ਅਸੀਂ ਨੋਟ ਕਰਨੀ ਹੈ ਵੀ ਜਦੋਂ ਐਂਗਲ ਅਕਿਊਟ ਹੈ ਲੈਸ ਦੈਨ 90 ਡਿਗਰੀ ਹੈ ਤਾਂ ਵੈਲਿਊ ਸਾਡੇ ਕੋਲ tan ਦੀ ਪੋਜ਼ਿਟਿਵ ਆ ਰਹੀ ਸੀ, ਜਦੋਂ ਆਪਾਂ ਗ੍ਰੇਟਰ ਦੈਨ 90 ਡਿਗਰੀ ਜਾਂਦੇ ਆ ਤਾਂ ਵੈਲਿਊਜ਼ ਨੈਗੇਟਿਵ ਹੋਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਪੋਜ਼ਿਟਿਵ ਫਿਰ ਨੈਗੇਟਿਵ ਫਿਰ ਪੋਜ਼ਿਟਿਵ ਫਿਰ ਨੈਗੇਟਿਵ ਇਸ ਤਰ੍ਹਾਂ ਨਾਲ ਜਾਂਦੀ। ਠੀਕ ਹੈ, ਇਹਦਾ ਮਤਲਬ ਜਿਹੜਾ ਪੁਆਇੰਟ ਅਸੀਂ ਨੋਟ ਕਰਨਾ ਵੀ ਥੀਟਾ ਜਦੋਂ ਲੈਸ ਦੈਨ 90 ਡਿਗਰੀ ਹੈ ਜਿਹਨੂੰ ਅਸੀਂ ਕਹਿੰਦੇ ਐਕਿਊਟ। ਠੀਕ ਹੈ ਜੀ, ਤਾਂ ਟੈਂਜੈਂਟ ਦੀਆਂ ਵੈਲਿਊਜ਼ ਆਪਣੇ ਕੋਲ ਕੀ ਆਈਆਂ ਸੀਗੀਆਂ ਪੋਜ਼ਿਟਿਵ ਆਈਆਂ ਸੀ, ਜਦੋਂ ਥੀਟਾ ਗ੍ਰੇਟਰ ਦੈਨ 90 ਡਿਗਰੀ ਹੈ ਜਿਹਨੂੰ ਆਪਾਂ ਕਹਿੰਦੇ ਆਬਟਿਊਸ ਤਾਂ ਵੈਲਿਊਜ਼ ਨੈਗੇਟਿਵ ਹੋਈਆਂ ਸੀ, ਫਿਰ ਉਸ ਤੋਂ ਬਾਅਦ ਫਿਰ ਪੋਜ਼ਿਟਿਵ ਹੋ ਜਾਣਗੇ ਫਿਰ ਨੈਗੇਟਿਵ ਫਿਰ ਪੋਜ਼ਿਟਿਵ ਇਸ ਤਰ੍ਹਾਂ ਨਾਲ ਚੱਲਦਾ ਜਾਊਗਾ। 180 ਤੋਂ ਬਾਅਦ ਜਦੋਂ ਅਸੀਂ ਜਾਂਦੇ ਹਾਂ ਜਿਵੇਂ ਆਪਣੇ ਕੋਲ ਆਪਾਂ ਵੇਖੋ ਆਹ ਵੈਲਿਊ ਆਪਣੇ ਕੋਲ ਕੀ 180 ਪਲੱਸ ਹੋ ਗਈ ਤਾਂ ਫਿਰ ਪੋਜ਼ਿਟਿਵ ਹੋ ਗਈ ਨਾ ਇਹ ਵੈਲਿਊ। ਠੀਕ ਹੈ, ਟੈਂਜੈਂਟ ਦੀ ਆ ਵੇਖੋ 60 ਦੀ ਵੈਲਿਊ ਆਪਣੇ ਕੋਲ ਕਿੰਨੀ ਹੈ √3, ਕਿੰਨੀ ਵੈਲਿਊ ਹੈ √3। ਇਹਦਾ ਮਤਲਬ ਇਹ ਵੈਲਿਊ ਫਿਰ ਸਾਡੇ ਕੋਲ ਕੀ ਹੋ ਗਈ 1.735 ਪੋਜ਼ਿਟਿਵ ਹੋ ਗਈ। ਆਪਾਂ ਇਹ ਯਾਦ ਰੱਖਣਾ 0 ਤੋਂ 90 90 ਤੋਂ 180 ਤੱਕ, ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਨਾਲ ਰਿਪੀਟ ਹੋਊਗਾ 180 ਤੋਂ 270 270 ਤੋਂ 360 ਫਿਰ ਪੋਜ਼ਿਟਿਵ ਨੈਗੇਟਿਵ ਆਪਾਂ ਪਰ ਇੱਥੋਂ ਤੱਕ ਹੀ ਦੇਖਣਾ ਇਹਦੀ ਵੈਲਿਊ ਕੀ ਆਊਗੀ ਟੈਂਜੈਂਟ ਦੀ ਪੋਜ਼ਿਟਿਵ, ਇੱਧਰ ਕੀ ਆਊਗੀ ਨੈਗੇਟਿਵ ਤੇ 90 ਤੇ ਕੀ ਆਊਗੀ ਬ੍ਰੇਕ। ਦੱਸੋ ਬੇਟੇ ਸਾਰਿਆਂ ਨੂੰ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਪਾਂ ਆਪਦੇ ਮੇਨ ਮੁੱਦੇ ਤੇ ਚੱਲੀਏ ਜਿਹੜਾ ਆਪਣਾ ਸੀਗਾ ਵਾਟ ਇਜ਼ ਸਲੋਪ। ਠੀਕ ਹੈ, ਜਿਹੜਾ ਅਸੀਂ ਅੱਜ ਦਾ ਟੌਪਿਕ ਕਰਨਾ ਹੈ। ਹੁਣ ਟੈਂਜੈਂਟ ਬਾਰੇ ਦੱਸੋ ਬੇਟੇ, ਕੋਈ ਡਾਊਟ ਹੈ ਤਾਂ ਹੁਣੇ ਕਲੀਅਰ ਕਰ ਲਓ, ਫਿਰ ਆਪਾਂ ਜਦੋਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਉਦੋਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ। 180 ਤੇ ਚੇਂਜ ਨਹੀਂ ਆਉਂਦੀ, 360 ਤੇ ਚੇਂਜ ਨਹੀਂ ਆਉਂਦੀ, 90 ਤੇ ਚੇਂਜ ਆਉਂਦੀ ਹੈ, 270 ਤੇ ਚੇਂਜ ਆਉਂਦੀ ਹੈ। ਆਲ ਪੋਜ਼ਿਟਿਵ ਸਕੂਲ ਟੂ ਕਾਲਜ। ਠੀਕ ਹੈ ਜੀ, ਲੋ ਬੇਟੇ ਕੱਲ ਆਪਾਂ ਡਿਸਕਸ ਕੀਤਾ ਸੀ, ਹੁਣ ਆਪਾਂ ਜਿਹੜੇ ਮੇਨ ਮੁੱਦਾ ਆਪਣਾ ਆਪਾਂ ਗ੍ਰਾਫ ਡਿਸਕਸ ਕਰਦੇ ਹਾਂ।
ਕੱਲ ਵੀ ਅਸੀਂ ਬੇਸਿਕ ਜੇ 1-2 ਗ੍ਰਾਫ ਬਣਾਏ ਸੀ। ਇੱਕ ਸਾਈਡ ਤੇ ਆਪਾਂ ਲੈ ਕੇ ਚੱਲਦੇ ਹਾਂ ਟਾਈਮ, ਮੰਨ ਲਓ XT ਗ੍ਰਾਫ ਆ, ਪੋਜੀਸ਼ਨ ਟਾਈਮ ਗ੍ਰਾਫ ਆਪਾਂ ਡਿਸਕਸ ਕਰੀਏ। ਇਸ ਤੋਂ ਬਾਅਦ ਕਿਸੇ ਦੀ ਕੋਈ ਕਲਾਸ ਤਾਂ ਨਹੀਂ ਹੈਗੀ ਬੇਟੇ? ਠੀਕ ਹੈ, ਕਿਉਂਕਿ ਇਹਦੇ ਤੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜੂਗਾ ਫਿਰ ਉਸ ਹਿਸਾਬ ਨਾਲ, ਨਹੀਂ ਤਾਂ ਫਿਰ ਮੈਂ ਕੱਲ ਤੇ ਲੈ ਕੇ ਜਾਵਾਂ ਇਹਨੂੰ, ਕਿਉਂਕਿ ਆਪਣੇ 10 ਮਿੰਟ ਰਹਿ ਗਏ, 8:50 ਤੇ ਆਪਾਂ ਖਤਮ ਕਰ ਦਿੰਨੇ, 8:40 ਹੋ ਗਏ। ਚਲੋ 10 ਮਿੰਟ 'ਚ ਜਿੰਨਾ ਡਿਸਕਸ ਹੁੰਦਾ ਠੀਕ ਹੈ, ਨਹੀਂ ਤਾਂ ਫਿਰ ਕੱਲ ਤੇ ਲੈ ਕੇ ਜਾਵਾਂਗੇ, ਕੋਈ ਗੱਲ ਨਹੀਂ। ਟਾਈਮ ਜ਼ਿਆਦਾ ਲੱਗ ਜੇ ਕੋਈ ਚੱਕਰ ਨਹੀਂ, ਪਰ ਕਲੀਅਰ ਹੋਣਾ ਚਾਹੀਦਾ। ਕੱਲ ਨੂੰ ਆ ਸਾਰੇ ਕਨਸੈਪਟ ਕਲੀਅਰ ਕਰਕੇ ਆਇਓ, ਠੀਕ ਹੈ। ਹੁਣ ਆਪਾਂ ਥੋੜਾ ਜਿਹੜਾ ਟਾਈਮ ਆਪਣੇ ਕੋਲ ਹੈਗਾ ਉਹਦੇ ਬਾਰੇ ਆਪਾਂ ਡਿਸਕਸ ਕਰੀਏ। ਚਲੋ ਪਹਿਲਾਂ ਮੇਨ ਜਿਹੜੇ ਡਿਸਕਸ ਕਰ ਲਏ ਉਹਨੂੰ ਛੱਡ ਕੇ ਆਪਾਂ ਨਾ ਮੇਨ, ਮੰਨ ਲਓ ਗ੍ਰਾਫ ਇਸ ਤਰ੍ਹਾਂ ਦਾ ਕਲੀਅਰ ਹੋਇਆ ਕਿ ਨਹੀਂ ਹੋਇਆ? ਗ੍ਰਾਫ ਇਸ ਤਰ੍ਹਾਂ ਦਾ, ਹਾਊ ਵੀ ਵਿਲ ਕੈਲਕੂਲੇਟ ਦੀ ਸਲੋਪ। ਮੰਨ ਲਓ ਮੈਂ ਇਸ ਪੁਆਇੰਟ ਤੇ ਸਲੋਪ ਕੈਲਕੂਲੇਟ ਕਰਨਾ ਚਾਹੁੰਦਾ, ਇਸ ਪੁਆਇੰਟ ਤੇ ਸਲੋਪ ਕੈਲਕੂਲੇਟ ਕਰਨਾ ਚਾਹੁੰਦਾ, ਤਾਂ ਅਸੀਂ ਉਸ ਪੁਆਇੰਟ ਤੇ ਕੀ ਕਰਦੇ ਹਾਂ ਪੁੱਤਰ? ਟੈਂਜੈਂਟ ਡਰਾ ਕਰਦੇ ਹਾਂ। ਕੀ ਡਰਾ ਕਰਦੇ ਹਾਂ? ਟੈਂਜੈਂਟ। ਧਿਆਨ ਨਾਲ ਸਮਝਿਓ, ਇਹਦਾ ਮਤਲਬ ਇਸ ਪੁਆਇੰਟ ਦੇ ਉੱਪਰ ਜੇ ਮੈਂ ਟੈਂਜੈਂਟ ਡਰਾ ਕਰਾਂ ਤਾਂ ਮੇਰੀ ਆਹ ਟੈਂਜੈਂਟ ਬਣ ਜਾਏਗੀ A ਪੁਆਇੰਟ ਦੇ ਉੱਪਰ, ਠੀਕ ਹੈ ਜੀ। ਤੇ ਜੇ ਮੈਂ B ਪੁਆਇੰਟ ਦੇ ਉੱਪਰ ਟੈਂਜੈਂਟ ਡਰਾ ਕਰਦਾ ਤਾਂ ਨੀਚੇ ਬਣਾ ਲਈ ਇੱਕ ਵਾਰੀ, ਆ ਬਣੇਗੀ ਬੇਟੇ ਟੈਂਜੈਂਟ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਇਹਦਾ ਮਤਲਬ ਪਹਿਲੇ ਦੇ ਵਿੱਚ ਜਦੋਂ ਅਸੀਂ ਟੈਂਜੈਂਟ ਡਰਾ ਕਰਦੇ ਹਾਂ ਤਾਂ ਅਸੀਂ ਜਿਹੜੀ ਆਪਣੇ ਕੋਲੇ ਹੌਰੀਜੈਂਟਲ ਐਕਸਿਸ ਹੈ ਇਹਦੇ ਨਾਲ ਐਂਗਲ ਬਣਾਉਣੇ ਵੀ ਕਿੰਨਾ ਬਣਦਾ। ਇੱਥੇ ਐਂਗਲ ਕੀ ਬਣ ਰਿਹਾ? ਥੀਟਾ। ਇੱਥੇ ਵੀ ਐਂਗਲ ਕੀ ਬਣ ਰਿਹਾ? ਥੀਟਾ। ਮੰਨ ਲਓ ਇਹਨੂੰ ਕਹਿ ਦਈਏ ਥੀਟਾ 1 ਹੈ, ਇਹਨੂੰ ਕਹਿ ਦਈਏ ਥੀਟਾ 2। ਕਿਹੜਾ ਐਂਗਲ ਵੱਡਾ ਹੈ ਬੇਟੇ? ਥੀਟਾ 1 ਕਿ ਥੀਟਾ 2? ਧਿਆਨ ਨਾਲ ਦੇਖੋ, ਹਾਂ ਥੀਟਾ 2। ਧਿਆਨ ਨਾਲ ਦੇਖੋ ਬੇਟੇ, ਆਹ ਐਂਗਲ ਛੋਟਾ ਹੈ, ਆਹ ਐਂਗਲ ਵੱਡਾ ਹੈ। ਹੋਰ ਇਧਰਲੀ ਸਾਈਡ ਤੇ ਐਕਸ ਐਕਸਿਸ ਵੱਲ ਜਾਈ ਜਾਊਗਾ ਤਾਂ 90 ਨਾ ਹੋ ਜਾਊਗਾ। ਆ ਮੰਨ ਲਓ ਟੈਂਜੈਂਟ ਸਿੱਧੀ ਡਰਾ ਕੀਤੀ ਹੈ ਤਾਂ 90 ਹੋ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇੱਥੇ ਤੁਹਾਡੇ ਕੋਲ ਕੀ ਥੀਟਾ 2 ਇਜ਼ ਗ੍ਰੇਟਰ ਦੈਨ ਥੀਟਾ 1 ਬਟ ਲੈਸ ਦੈਨ 90 ਹੈ। ਬਟ ਇਹ ਐਂਗਲ ਕੀ ਹੈ? ਐਕਿਊਟ ਹੈ। ਇਹਦਾ ਮਤਲਬ ਸਲੋਪ ਇੱਥੇ ਕੀ ਹੋਊਗੀ ਬੇਟੇ ਫਿਰ? ਪੋਜ਼ਿਟਿਵ। ਸ਼ਾਬਾਸ਼। ਸਲੋਪ ਹੁੰਦੀ ਹੈ ਟੈਂਜੈਂਟ ਥੀਟੇ ਦੇ ਬਰਾਬਰ। ਇਹਦਾ ਮਤਲਬ ਇੱਥੇ ਵੈਲਿਊ ਕੀ ਆਏਗੀ ਸਲੋਪ ਦੀ? ਪੋਜ਼ਿਟਿਵ ਆਊਗੀ, ਠੀਕ ਹੈ। ਬਟ ਜਿਵੇਂ ਜਿਵੇਂ ਐਂਗਲ ਵੱਧ ਰਿਹਾ ਉਵੇਂ ਉਵੇਂ ਸਲੋਪ ਵੀ ਆਪਣੇ ਕੋਲ ਕੀ ਹੋ ਰਹੀ ਹੈ? ਇਨਕਰੀਜ਼ ਹੋ ਰਹੀ ਹੈ, ਕਿਉਂਕਿ 0 ਤੋਂ 90 ਦੇ ਵਿੱਚ ਵੈਲਿਊ ਕੀ ਹੋਣੀ ਹੈ? ਮੈਕਸਿਮਮ ਪੋਜ਼ਿਟਿਵ ਜਾਣੀ ਹੈ, ਉਸ ਤੋਂ ਬਾਅਦ 180 ਤੱਕ ਨੈਗੇਟਿਵ ਹੋਣੀ ਹੈ। ਕਲੀਅਰ ਹੈ ਕਿ ਨਹੀਂ ਹੋਇਆ ਬੇਟੇ? ਬਟ ਸਲੋਪ ਸਾਡੇ ਕੋਲ ਦੱਸਦਾ ਕੀ ਹੈ XT ਗ੍ਰਾਫ ਦੇ ਵਿੱਚ? ਉਹ ਸਾਨੂੰ ਦੱਸਦਾ ਹੈ ਵੈਲੋਸਿਟੀ। ਦੇਖੋ ਮੈਂ ਸਿੰਗਲ ਤੁਹਾਨੂੰ ਕੈਲਕੂਲੇਟ ਕਰਕੇ ਦਿਖਾਉਣਾ। ਆਹ ਪੁਆਇੰਟ ਕਲੀਅਰ ਹੈ ਸਾਰਿਆਂ ਨੂੰ? ਧਿਆਨ ਨਾਲ ਸਮਝਦੇ ਜਾਓ ਬੇਟੇ, ਈਜ਼ੀ ਹੈ ਬਹੁਤ, ਬਸ ਥੋੜੀ ਜਿਹੀ ਕੰਸੈਂਟ੍ਰੇਸ਼ਨ ਚਾਹੀਦੀ ਹੈ। ਬੁੱਕ ਬੱਕ ਚ ਕੁਝ ਨਹੀਂ ਲੱਭਣਾ ਹੈ। ਸੌਖਾ ਕਰਨ ਦੇ ਲਈ ਆਪਾਂ ਸਟ੍ਰੇਟ ਲਾਈਨ ਵਾਲਾ ਲੈ ਲੈਂਦੇ ਹਾਂ, ਜਿੰਦੇ ਟੈਂਜੈਂਟ ਡਰਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਆਪ ਹੀ ਟੈਂਜੈਂਟ ਹੈ, ਜਿਹੜੇ ਪੁਆਇੰਟ ਤੇ ਡਰਾ ਕਰੋਗੇ ਲੌਂਗ ਦੀ ਐਕਸਿਸ ਦੀ ਆਏਗੀ। ਜਿਵੇਂ ਆਪਾਂ ਕੱਲ ਕੀਤਾ ਸੀ, ਮੰਨ ਲਓ ਆ ਐਂਗਲ ਥੀਟਾ ਹੈ, ਅਸੀਂ A ਪੁਆਇੰਟ ਦੇ ਉੱਪਰ ਸਲੋਪ ਕੈਲਕੂਲੇਟ ਕਰਨਾ ਚਾਹੁੰਦੇ ਹਾਂ, ਤਾਂ ਵੀ ਵਿਲ ਡਰਾ ਦੀ ਟੈਂਜੈਂਟ। ਆਈ ਟੈਂਜੈਂਟ ਆ ਜਾਏਗੀ ਇੱਧਰ ਹੀ, ਐਂਗਲ ਬਣ ਜਾਊਗਾ ਥੀਟਾ। ਇਸ ਨੂੰ ਅਸੀਂ ਇੱਧਰ ਜੁਆਇਨ ਕਰਤਾ। ਇਹ ਆਪਣੇ ਕੋਲ ਟਾਈਮ ਐਕਸਿਸ ਹੈ, ਇੱਧਰ ਆਪਣੇ ਕੋਲ ਕੀ ਹੈ? ਡਿਸਟੈਂਸ। ਆਹ ਵੈਲਿਊ ਹੈ ਜਿਹੜੀ, ਮੰਨ ਲਓ ਇਹਨੂੰ ਆਪਾਂ ਕਹਿ ਦਈਏ x ਜਾਂ x1 ਕਹਿ ਦਿਓ, ਇਹਨੂੰ ਆਪਾਂ ਕਹਿ ਦਿੱਤਾ t1, ਆਹ ਵੈਲਿਊ 0। ਕਲੀਅਰ ਹੋਇਆ ਕਿ ਨਹੀਂ ਹੋਇਆ? ਆਪਾਂ OAB ਇੰਟਰਵਲ ਦੇ ਵਿੱਚ ਸਲੋਪ ਕੈਲਕੂਲੇਟ ਇਸ ਤਰ੍ਹਾਂ ਦੇ ਨਿਊਮੈਰੀਕਲ ਆਉਣਗੇ। ਸਲੋਪ ਕਿਹੜੇ ਇੰਟਰਵਲ 'ਚ ਕੈਲਕੂਲੇਟ ਕਰਨਾ ਚਾਹੁੰਦੇ ਆ? OAB। ਹੁਣ ਸਾਨੂੰ ਪਤਾ ਹਾਊ ਵੀ ਵਿਲ ਕੈਲਕੂਲੇਟ ਦੀ ਸਲੋਪ, ਜਿਹੜਾ ਵੀ ਐਂਗਲ ਦਿੱਤਾ ਹੁੰਦਾ ਕੀ ਲੈ ਲਾਂਗੇ? ਟੈਂਜੈਂਟ। ਟੈਂਜੈਂਟ ਕਹਿੰਦੇ ਬਰਾਬਰ ਹੁੰਦਾ ਪਰਪੈਂਡੀਕੂਲਰ ਬਾਈ ਬੇਸ।
ਟੈਂਜੈਂਟ ਕਿੰਦੇ ਬਰਾਬਰ ਹੁੰਦਾ? ਇਹ ਯਾਦ ਹੈ ਨਾ, ਪੰਡਤ, ਬੱਦਰੀ, ਪ੍ਰਸਾਦ, ਹਰ, ਹਰ, ਬੋਲੇ। ਆ ਸਾਈਨ ਦੀ ਵੈਲਿਊ ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼, ਆ ਕਾਸ ਦੀ ਵੈਲਿਊ ਹੈ ਜਾਂ ਟੈਂਜੈਂਟ ਦੀ ਵੈਲਿਊ। ਹਮੇਸ਼ਾ ਯਾਦ ਰੱਖੋ ਜਿਹੜਾ ਵੀ ਤੁਸੀਂ ਐਂਗਲ ਲੈ ਰਹੇ ਹੋ, ਐਂਗਲ ਦੇ ਸਾਹਮਣੇ ਕੀ ਹੁੰਦਾ? ਪਰਪੈਂਡੀਕੂਲਰ। ਜਿਹੜੀ ਲੌਂਗੈਸਟ ਸਾਈਡ ਹੈ ਉਹ ਹਾਈਪੋਟੇਨਿਊਜ਼ ਹੋਗੀ, ਜਿਹੜੀ ਥਰਡ ਸਾਈਡ ਰਹਿ ਗਈ ਉਹ ਆਪਣੇ ਕੋਲ ਕੀ ਹੋਗੀ? ਬੇਸ। ਪਰਪੈਂਡੀਕੂਲਰ ਕੀ ਹੈ ਬੇਟੇ? ਇਹਦਾ ਮਤਲਬ ਵੈਲਿਊ ਏ ਬੀ, ਸਮਝਦੇ ਜਾਓ। ਕਲੀਅਰ ਹੈ? ਬੇਸ ਆਪਣੇ ਕੋਲ ਕੀ ਹੈ? ਓ ਬੀ। ਏ ਬੀ ਦੀ ਵੈਲਿਊ ਦੱਸੋ ਬੇਟੇ ਕਿੰਨੀ ਹੈ? ਏ ਬੀ, ਇਹਦੇ ਸਾਹਮਣੇ ਵਾਲੀ ਵੈਲਿਊ ਵੇਖੀ ਦੀ ਹੈ x1, ਆ ਵੈਲਿਊ ਹੈ, ਆ ਵੈਲਿਊ ਹੈ ਨਾ, ਇਹਦੇ ਵੈਲਿਊ ਵੇਖੋਗੇ ਤਾਂ ਆ ਵੈਲਿਊ ਵੇਖੋਗੇ, ਇਹਦੇ ਪੈਰਲਲ ਦੇਖੋ ਤਾਂ ਵੈਲਿਊ ਕੀ ਹੈ? x1। ਠੀਕ ਹੈ, OB ਦੀ ਵੈਲਿਊ ਦੇਖੋ, OB ਦੇ ਇਹਦੇ ਪੈਰਲਲ ਦੇਖੋ ਵੈਲਿਊ ਆ ਵਾਲੀ, ਇਹਦਾ ਮਤਲਬ OB ਦੀ ਵੈਲਿਊ ਹੈ ਤੁਹਾਡੇ ਕੋਲ T1। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਅਸੀਂ ਬੇਸਿਕਲੀ ਆਹ ਚੀਜ਼ ਕੀਤੀ ਹੈ, ਇੱਥੇ ਵੈਲਿਊ 0 ਸੀ, ਇੱਥੇ ਵੈਲਿਊ x1 ਸੀ, ਤੇ ਚੇਂਜ ਕੱਢੀ x1 -0, ਇੱਥੇ ਵੈਲਿਊ 0 ਸੀ, ਇੱਥੇ T1 ਸੀ। ਉੱਪਰ ਸਾਡੇ ਕੋਲ ਕੀ ਆ ਗਿਆ? ਚੇਂਜ ਇਨ ਡਿਸਪਲੇਸਮੈਂਟ, ਥੱਲੇ ਕੀ ਆ ਗਿਆ? ਚੇਂਜ ਇਨ ਟਾਈਮ। ਡਿਸਪਲੇਸਮੈਂਟ ਬਾਈ ਟਾਈਮ ਕੀ ਹੁੰਦਾ ਬੇਟੇ? ਕੀ ਹੁੰਦਾ? ਵੈਲੋਸਿਟੀ। ਇਹਦਾ ਮਤਲਬ ਅਸੀਂ ਕੀ ਸਿੱਖਿਆ? ਵੀ ਜਿਹੜਾ XT ਗ੍ਰਾਫ ਹੈ ਨਾ, ਯਾਦ ਰੱਖੋ ਮੈਂ ਕਿਹੜਾ ਗ੍ਰਾਫ ਲਿਖਿਆ? XT ਗ੍ਰਾਫ। XT ਗ੍ਰਾਫ ਦੇ ਵਿੱਚ ਸਲੋਪ ਕੀ ਰਿਪਰੈਜ਼ੈਂਟ ਕਰਦੀ ਹੈ? ਵੈਲੋਸਿਟੀ। ਸਿਮਿਲਰਲੀ ਅਸੀਂ VT ਗ੍ਰਾਫ ਕਰਾਂਗੇ, ਵੈਲੋਸਿਟੀ ਦੇ ਟਾਈਮ ਦਾ ਇੱਕ ਸਟੈਪ ਅੱਗੇ ਚਲੇ ਜਾਣਾ ਹੁੰਦਾ, ਇਹਨਾਂ ਦੀ ਰੇਸ਼ੋ ਲੈ ਲੈਣੀ ਹੈ, ਤਾਂ ਇੱਥੇ ਸਲੋਪ ਕੀ ਰਿਪਰੈਜ਼ੈਂਟ ਕਰੇਗੀ ਬੇਟੇ? ਐਕਸਲਰੇਸ਼ਨ। ਕੀ ਰਿਪਰੈਜ਼ੈਂਟ ਕਰੇਗੀ? ਐਕਸਲਰੇਸ਼ਨ, ਕਿਉਂਕਿ ਐਕਸਲਰੇਸ਼ਨ ਕਿੰਨੇ ਬਰਾਬਰ ਹੁੰਦਾ? dv/dt। ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ ਬੇਟੇ? ਇਹਦਾ ਮਤਲਬ ਅਸੀਂ ਸਲੋਪ ਕਿਉਂ ਕੈਲਕੂਲੇਟ ਕਰਦੇ ਹਾਂ? ਜਦੋਂ ਅਸੀਂ ਉਸ ਇੰਟਰਵਲ ਦੇ ਵਿੱਚ ਕੀ ਕੈਲਕੂਲੇਟ ਕਰਨੀ ਹੋਵੇ? ਵੈਲੋਸਿਟੀ। ਮੰਨ ਲਓ ਇਸ ਤਰ੍ਹਾਂ ਦਾ ਆਪਾਂ ਨੂੰ ਗ੍ਰਾਫ ਦਿੱਤਾ ਹੋਇਆ ਤੇ ਆਪਾਂ ਨੂੰ ਉਹ ਕੈਲਕੂਲੇਟ ਕਰਕੇ ਦੱਸਦਾ ਵੀ ਵੈਲੋਸਿਟੀ ਦੱਸੋ ਕੀ ਹੋ ਰਿਹਾ, ਉਹਨੂੰ ਇਨਕਰੀਜ਼ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ, ਜਾਂ ਉਹਦੀ ਵੈਲਿਊ ਕਿੰਨੀ ਹੈ। ਜੇ ਵੈਲਿਊਜ਼ ਦਿੱਤੀਆਂ ਹੋਣਗੀਆਂ ਤਾਂ ਅਸੀਂ ਇੱਥੋਂ ਇੰਟਰਵਲ ਦੇ ਵਿੱਚ ਜਾ ਕੇ ਉਹਨੂੰ ਕੈਲਕੂਲੇਟ ਕਰ ਲਾਂਗੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਹਾਂ, ਸਲੋਪ ਰਿਪਰੈਜ਼ੈਂਟ ਕਰਦਾ ਇੱਕ ਸਟੈਪ ਉੱਪਰ। ਜੇ XT ਗ੍ਰਾਫ ਹੈ ਤਾਂ X ਤੇ T ਦੀ ਰੇਸ਼ੋ ਕੱਢੀਏ ਤਾਂ ਵੈਲੋਸਿਟੀ 'ਚ ਚਲਾ ਜਾਂਦਾ। ਜੇ VT ਗ੍ਰਾਫ ਹੈ ਤਾਂ ਵੈਲੋਸਿਟੀ ਤੇ ਟਾਈਮ ਦੀ ਰੇਸ਼ੋ ਆਪਾਂ ਕੱਢਦੇ ਹਾਂ ਤਾਂ ਐਕਸਲਰੇਸ਼ਨ ਦੱਸਦਾ ਸਾਡੇ ਕੋਲ। ਠੀਕ ਹੈ, ਥੋੜਾ ਆਪਾਂ ਕੱਲ ਡਿਸਕਸ ਕਰਾਂਗੇ, ਮੈਂ ਬਸ ਇਹਨੂੰ ਸਮ ਅਪ ਕਰਦਾ। ਦੇਖੋ ਆਪਾਂ ਮੰਨ ਲਓ ਹੁਣੇ ਜਿਹੜੇ ਆਪਾਂ ਇੱਕ ਗ੍ਰਾਫ ਬਣਾ ਰਹੇ ਸੀ, ਆਪਾਂ ਉਹ ਗ੍ਰਾਫ ਬਣਾਈਏ, ਉਹਦੀ ਵੈਲਿਊ ਦੇਖੀ ਕੀ ਆਏਗੀ। ਮੰਨ ਲਓ XT ਗ੍ਰਾਫ ਹੈ ਸਾਡੇ ਕੋਲ, ਇਹ T ਹੈ, ਇਹ X ਹੈ। ਜਿਹੜਾ ਅਸੀਂ ਇਹ ਵੈਲਿਊ ਬਣਾਈ ਸੀਗੀ, ਅਸੀਂ ਆਹ ਵੈਲਿਊ ਬਣਾਈ, ਮੰਨ ਲਓ ਦਿਸ ਇਜ਼ ਦੀ ਗ੍ਰਾਫ। A ਪੁਆਇੰਟ ਦੇ ਉੱਪਰ ਅਸੀਂ ਉਹਦੀ ਸਲੋਪ ਵੇਖੀ, ਫਿਰ ਅਸੀਂ B ਪੁਆਇੰਟ ਦੇ ਉੱਪਰ ਉਹਦੀ ਸਲੋਪ ਵੇਖੀ। ਸਲੋਪ ਕੀ ਹੁੰਦਾ? ਟੈਂਜੈਂਟ ਡਰਾਉਨ ਐਟ ਦੈਟ ਪੁਆਇੰਟ। ਸਲੋਪ ਆਪਣੇ ਕੋਲ ਕੀ? ਠੀਕ ਹੈ ਜੀ, ਟੈਂਜੈਂਟ ਡਰਾਉਨ, ਐਂਗਲ ਕੈਲਕੂਲੇਟ ਕਰਨਾ ਆਪਾਂ। A ਪੁਆਇੰਟ ਤੇ ਜਦੋਂ ਅਸੀਂ ਟੈਂਜੈਂਟ ਡਰਾ ਕੀਤੀ ਤਾਂ ਆਪਣੇ ਕੋਲ ਇਸ ਤਰ੍ਹਾਂ ਨਾਲ ਬਣੇਗੀ। ਠੀਕ ਹੈ, ਜਦੋਂ ਅਸੀਂ B ਪੁਆਇੰਟ ਤੇ ਟੈਂਜੈਂਟ ਡਰਾ ਕਰਾਂਗੇ ਤਾਂ ਉਹ ਸਾਡੇ ਕੋਲ ਕੀ ਬਣੇਗੀ? ਇਸ ਤਰ੍ਹਾਂ ਨਾਲ। ਦੱਸੋ ਬੇਟੇ, ਇੱਥੇ ਤੱਕ ਕੋਈ ਡਾਊਟ ਹੈ ਤਾਂ? ਇੱਥੇ ਐਂਗਲ ਕਿੰਨਾ ਬਣ ਗਿਆ? ਮੰਨ ਲਓ ਮੈਂ ਇਹਨੂੰ ਕਹਿੰਦਾ θ1, ਇੱਥੇ ਐਂਗਲ ਕੀ ਬਣ ਗਿਆ? θ2। ਇਹਦਾ ਮਤਲਬ θ2 ਇਜ਼ ਗ੍ਰੇਟਰ ਦੈਨ θ1। ਸਮਝ ਲੱਗੀ ਕਿ ਨਹੀਂ ਲੱਗੀ? ਬਟ ਐਂਗਲ ਕੀ ਹੈ? ਐਕਿਊਟ, ਮਤਲਬ ਲੈਸ ਦੈਨ 90 ਡਿਗਰੀ ਹੈ।
ਟੈਂਜੈਂਟ ਪੋਜ਼ਿਟਿਵ ਹੋਊਗਾ ਉਹਦੀ ਵੈਲਿਊ ਵੀ ਵਧੂਗੀ ਐਂਗਲ ਦੇ ਨਾਲ। ਪਹਿਲੇ 'ਚ 0 ਆਈ ਸੀ, ਫਿਰ √3 ਆਈ ਸੀ, ਇਸ ਤਰ੍ਹਾਂ ਨਾਲ ਆਪਾਂ ਕੈਲਕੂਲੇਟ, ਠੀਕ ਹੈ। 1 0 ਆਈ ਸੀ, 1/√3 ਆਈ ਸੀ, ਫਿਰ 1 ਆਈ ਸੀਗੀ, ਠੀਕ ਹੈ। ਫਿਰ √3 1.735 ਆਈ ਸੀ, ਐਂਡ ਤੇ ਬ੍ਰੇਕ ਆ ਗਈ। ਇੱਥੇ ਧਿਆਨ ਨਾਲ ਹੁਣ ਜਿਹੜੀ ਗੱਲ ਸਮਝਣ ਵਾਲੀ ਹੈ, ਇਹਦਾ ਮਤਲਬ ਜਦੋਂ ਥੀਟਾ ਸਾਡੇ ਕੋਲ ਕੀ ਹੋਵੇ, ਐਕਿਊਟ, ਤੇ ਥੀਟਾ ਕੀ ਕਰੇ, ਇਨਕਰੀਜ਼ ਕਰੇ, ਤਾਂ ਵੈਲੋਸਿਟੀ ਵੀ ਕੀ ਕਰਦੀ, ਇਨਕਰੀਜ਼, ਕਿਉਂਕਿ ਸਲੋਪ ਅਸੀਂ ਕੈਲਕੂਲੇਟ ਕਰਨੀ ਹੈ, ਤੇ ਸਲੋਪ ਕੀ ਰਿਪਰੈਜ਼ੈਂਟ ਕਰਦੀ ਹੈ, ਵੈਲੋਸਿਟੀ। ਸਲੋਪ ਕੀ ਰਿਪਰੈਜ਼ੈਂਟ ਕਰਦੀ ਹੈ, ਵੈਲੋਸਿਟੀ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਐਂਗਲ ਹੋਵੇ ਐਕਿਊਟ ਤੇ ਐਂਗਲ ਇਨਕਰੀਜ਼ ਕਰੇ, ਇਹਦਾ ਮਤਲਬ ਵੈਲੋਸਿਟੀ A ਪੁਆਇੰਟ ਤੇ ਜ਼ਿਆਦਾ ਹੈ ਕਿ B ਪੁਆਇੰਟ ਤੇ ਜ਼ਿਆਦਾ ਹੈ? B ਪੁਆਇੰਟ ਤੇ, ਕਿਉਂਕਿ ਉੱਥੇ ਸਲੋਪ ਵੱਧ ਗਈ। ਪਹਿਲੇ ਕੇਸ ਦੇ ਵਿੱਚ ਵੇਖੋ, ਆਹ ਸਲੋਪ ਹੈ, ਢਾਲ ਹੈ, ਇੱਥੇ ਵੇਖੋ ਢਾਲ ਕਿੰਨੀ ਜ਼ਿਆਦਾ ਖੜੀ ਹੋਈ ਹੈ। ਜਿਵੇਂ ਜਿਵੇਂ ਸਲੋਪ ਵਧਣੀ ਹੈ, ਉਵੇਂ ਉਵੇਂ ਵੈਲੋਸਿਟੀ ਵਧਣੀ ਹੈ। ਕਿਹੜਾ ਗ੍ਰਾਫ ਹੈ? XT ਗ੍ਰਾਫ ਹੈ। ਬਟ ਅਸੀਂ ਗੱਲ ਕਿੰਦੀ ਕਰ ਰਹੇ ਹਾਂ, ਜਦੋਂ ਐਂਗਲ ਕੀ ਹੈ, ਐਕਿਊਟ ਹੈ, ਤਾਂ ਟੈਂਜੈਂਟ ਦੀ ਵੈਲਿਊ ਪੋਜ਼ਿਟਿਵ ਆਏਗੀ, ਕਿਉਂਕਿ ਟੈਂਜੈਂਟ ਦੱਸਦਾ ਸਲੋਪ, ਬਟ ਸਲੋਪ ਨੂੰ ਜਦੋਂ ਅਸੀਂ ਕੈਲਕੂਲੇਟ ਕੀਤਾ ਤਾਂ ਉਹ ਵੈਲੋਸਿਟੀ ਨੂੰ ਦੱਸਦੀ ਹੈ XT ਗ੍ਰਾਫ ਦੇ ਵਿੱਚ। ਇਹਦਾ ਮਤਲਬ ਗ੍ਰਾਫ ਵੇਖ ਕੇ ਅਸੀਂ ਇਹ ਗੱਲ ਦੱਸ ਸਕਦੇ ਹਾਂ ਵੀ ਵੈਲੋਸਿਟੀ ਵੱਧ ਰਹੀ ਹੈ। ਇਹਦਾ ਮਤਲਬ ਇੱਥੇ ਵੈਲੋਸਿਟੀ ਮੰਨ ਲਓ v1 ਸੀ, ਇੱਥੇ ਵੈਲੋਸਿਟੀ v2 ਸੀ, ਤਾਂ ਵੈਲੋਸਿਟੀ ਦੇ ਵਿੱਚ ਕੀ ਆ ਰਹੀ ਹੈ, ਚੇਂਜ ਆ ਰਹੀ ਹੈ ਕਿ ਨਹੀਂ ਆ ਰਹੀ? ਕਿੰਨੀ ਚੇਂਜ ਆ ਰਹੀ ਹੈ, v2 ਮਾਈਨਸ v1। ਆਹ ਚੀਜ਼ ਕੀ ਬਣੀ ਬੇਟੇ? ਚੇਂਜ ਇਨ ਵੈਲੋਸਿਟੀ ਬਾਈ ਚੇਂਜ ਇਨ ਟਾਈਮ, ਐਕਸਲਰੇਸ਼ਨ। ਸਮਝ ਲੱਗੀ ਕਿ ਨਹੀਂ ਬੇਟੇ? ਇਹਦਾ ਮਤਲਬ ਜੇ A ਤੋਂ B ਵੱਲ ਜਾਂਦੇ ਵੈਲੋਸਿਟੀ ਵਧੀ ਹੈ, ਤਾਂ ਐਕਸਲਰੇਸ਼ਨ ਵੀ ਕੀ ਹੋਊਗੀ, ਵਧੂਗੀ। ਆਹ ਪੁਆਇੰਟ ਯਾਦ ਰੱਖਣਾ। ਐਂਗਲ ਅਕਿਊਟ ਹੈ, ਥੀਟਾ ਇਨਕਰੀਜ਼ ਕਰੇਗਾ ਤਾਂ ਵੈਲੋਸਿਟੀ ਵੀ ਇਨਕਰੀਜ਼ ਕਰੇਗੀ, ਜੇ ਵੈਲੋਸਿਟੀ ਇਨਕਰੀਜ਼ ਕਰੇਗੀ ਤਾਂ ਐਕਸਲਰੇਸ਼ਨ ਵੀ ਕੀ ਕਰੇਗੀ, ਇਨਕਰੀਜ਼ ਕਰੇਗੀ। ਠੀਕ ਹੈ, ਅੱਜ ਇੰਨਾ ਰਿਵਾਈਜ਼ ਕਰ ਲਓ, ਫਿਰ ਅਸੀਂ ਗ੍ਰਾਫ ਹੈ ਜਿਹੜੇ ਉਹਦੇ ਤੇ ਇੱਕ ਦਿਨ ਹੋਰ ਲਾਵਾਂਗੇ, ਕੋਈ ਗੱਲ ਨਹੀਂ, ਇੰਪੋਰਟੈਂਟ ਟੌਪਿਕ ਹੈ। ਪਰ ਜਿਹੜੇ ਮੈਂ ਅੱਜ ਟੌਪਿਕ ਕਰਵਾਏ ਆ ਬੇਟੇ, ਇਹਨੂੰ ਧਿਆਨ ਨਾਲ ਘਰ ਜਾ ਕੇ, ਘਰੇ ਹੀ ਹੋ, ਮੈਂ ਕਲਾਸ ਦੇ ਹਿਸਾਬ ਨਾਲ ਕਹਿ ਬੈਠਦਾ, ਚੰਗੀ ਤਰ੍ਹਾਂ ਰਿਵਾਈਜ਼ ਕਰ ਲਓ, ਠੀਕ ਹੈ ਜੀ। ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ, ਫੇਰ ਹੀ ਸਮਝ ਲੱਗਣਗੇ। ਬੁੱਕ ਦੇ ਵਿੱਚ ਇਹ ਕਨਸੈਪਟ ਤੁਹਾਨੂੰ ਇਸ ਤਰ੍ਹਾਂ ਨਾਲ ਦੱਸੇ ਹੋਏ ਨਹੀਂ ਮਿਲਣਗੇ, ਜਿਵੇਂ ਮੈਂ ਤੁਹਾਨੂੰ ਦੱਸੀ ਜਾਂਦਾ ਐਕਸਪਲੇਨ ਕਰਕੇ, ਵੀ ਪਹਿਲਾਂ ਟੈਂਜੈਂਟ ਐਕਸਪਲੇਨ ਕੀਤਾ, ਫਿਰ ਵੈਲਿਊਜ਼ ਕੱਢੀਆਂ, ਮੈਂ ਤੁਹਾਨੂੰ ਸਮਝਾਉਣ ਵਾਸਤੇ ਸਿਰਫ। ਤਾਂ ਹੀ ਅੱਜ ਦਾ ਸਮਾਂ ਆਪਾਂ ਜ਼ਿਆਦਾ ਮੈਥਮੈਟੀਕਲ ਲਾਤਾ। ਦੂਸਰਾ ਕੰਮ ਜਿਹੜਾ ਤੁਸੀਂ ਕਰਨਾ ਹੈ, ਘਰੇ ਜਾ ਕੇ, ਫਿਰ ਤੁਸੀਂ ਕਹਿ ਦਿੰਦਾ ਮੈਂ ਘਰੇ ਹੀ ਹਾਂ, ਮੈਥਮੈਟੀਕਲ ਟੂਲ ਦਿੱਤੇ ਹੋਏ ਹੈ ਆਪਣੀ ਬੁੱਕ ਦੇ ਵਿੱਚ। ਜੇ ਬੁੱਕ ਨਹੀਂ ਹੈਗੀ ਤਾਂ ਨੈਟ ਤੋਂ ਡਾਊਨਲੋਡ ਕਰ ਲਿਓ, ਮੈਥਮੈਟੀਕਲ ਟੂਲਸ ਫॉर ਫਿਜ਼ਿਕਸ +1, ਜਾਂ ਮੈਂ ਸੈਂਡ ਕਰ ਦੂੰਗਾ ਸਕਰੀਨਸ਼ਾਟ, ਉਹਨੂੰ ਦੇਖ ਲੈਣਾ, ਡੈਰੀਵੇਟਿਵ ਕੀ ਹੈ, ਇੰਟੀਗ੍ਰੇਸ਼ਨ ਕੀ ਹੈ, ਉਹਨਾਂ ਦੇ ਫਾਰਮੂਲੇ ਕੀ ਹੈ। ਠੀਕ ਹੈ ਬੇਟੇ, ਚਲੋ ਠੀਕ ਹੈ ਬੇਟੇ, ਅੱਜ ਇੰਨਾ ਹੀ ਕਰਾਂਗੇ। ਥੈਂਕਸ ਐਂਡ ਹੈਵ ਅ ਨਾਈਸ